ਇਹ ਜਿਹੜਾ ਸਿਆਸੀ ਹੈ ਇਹ ਲੋਕ ਹੀ ਸਿਆਸੀ ਬੰਦੇ ਪੈਦਾ ਕਰਦੇ ਆ ਔਰ ਲੋਕ ਹੀ ਇਹਨਾਂ ਸਿਆਸੀ ਬੰਦਿਆਂ ਨੂੰ ਖਤਮ ਕਰਦੇ ਆ। ਜੇ ਸਿਆਸਤ ਦਾ ਅੱਜ ਲੋਕ ਸਾਡੇ ਇੱਥੇ ਦੇ ਮੌਜੂਦਾ MLA ਸਾਹਿਬਾਂ ਦੇ ਘਰ ਵਾਲੇ ਤੋਂ ਜਾਂ ਉਹਨਾਂ ਤੋਂ ਤੰਗ ਲੋਕ ਜਿਹੜੇ ਹੈਗੇ ਆ, ਜਿਹੜੇ ਇੱਥੇ ਅੱਜ ਮੇਰੇ ਕੋਲੇ ਪਹੁੰਚੇ ਆ, ਜਿਹੜੇ ਮੈਨੂੰ ਆਪਦੀਆਂ ਜਿਨ੍ਹਾਂ ਨੇ ਦੁੱਖ ਤਕਲੀਫਾਂ ਦੱਸੀਆਂ, ਜਿਵੇਂ ਕਿਸੇ ਕੋਲੋਂ ਪੈਸੇ 20% ਪੰਚਾਇਤਾਂ ਕੋਲੋਂ ਚੈੱਕਾਂ ਦੇ ਵਿੱਚ ਪਹਿਲਾਂ ਐਡਵਾਂਸ ਲੈ ਕੇ ਦਿੰਦੇ ਆ, ਜਾਂ ਹੋਰ ਜਿਨ੍ਹਾਂ ਸਰਪੰਚਾਂ ਕੋਲੋਂ ਪੈਸੇ ਖਾਧੇ ਇਹਨਾਂ ਨੇ 2-2 3 ਕੋਲੋਂ, ਪਿੰਡ ਦੇ 2-2 ਸਰਪੰਚਾਂ ਕੋਲੋਂ, ਚੇਅਰਮੈਨਾਂ ਕੋਲੋਂ, ਕੋਈ ਵੀ ਇਹਨਾਂ ਨੇ ਕੋਈ ਚੀਜ਼ ਨਹੀਂ ਬਖਸ਼ੀ, ਨਾ ਕੋਈ ਟਰੱਕ ਯੂਨੀਅਨ। ਔਰ ਇੱਥੋਂ ਤੱਕ ਵੀ ਬਲਾਕਾਂ ਦੇ ਵਿੱਚ ਵੀ ਤੇ ਮਾਰਕੀਟ ਕਮੇਟੀਆਂ 'ਚ ਤੇ ਆਪਣੇ ਟਰੱਕ ਯੂਨੀਅਨ ਦੇ ਵਿੱਚ ਵੀ ਇਹਨਾਂ ਦੇ ਆਪਦੇ ਪਰਿਵਾਰ ਦੇ ਮੈਂਬਰ ਬਿਠਾਏ ਹੋਏ ਸੀ। ਕਿਸੇ ਨੂੰ ਉੱਥੇ ਜਾ ਕੇ ਬਿਨਾਂ ਪੈਸੇ ਤੋਂ ਕੋਈ ਕੰਮ ਨਹੀਂ ਹੁੰਦਾ ਸੀਗਾ। ਇਸ ਕਰਕੇ ਅੱਜ ਜਿਹੜੀ ਸੰਗਤ ਆ ਆਪਦੇ ਦਿਲ ਦੇ ਵਲਵਲੇ ਲੈ ਕੇ ਇੱਥੇ ਪਹੁੰਚੀ ਆ। ਮੈਂ ਇੱਕ ਛੋਟਾ ਜਿਹਾ ਸੱਦਾ ਦਿੱਤਾ ਸੀ ਅੱਗੋਂ ਮੇਰੇ ਸੱਜਣਾਂ ਦੇ ਕਹਿਣ ਦੇ ਉੱਤੇ ਲਈ ਵੀ ਆਪਾਂ ਇੱਕ ਮੀਟਿੰਗ ਕਰੀਏ। ਢੀਂਡਸਾ ਸਾਹਿਬ ਤੁਸੀਂ ਹੀ ਮੀਟਿੰਗ ਕਰਾ ਸਕਦੇ ਆ, ਤੁਹਾਡਾ ਲੋਕਾਂ 'ਚ ਪਿਆਰ ਆ, ਤੁਹਾਨੂੰ ਲੋਕ ਸਤਿਕਾਰ ਕਰਦੇ ਆ। ਇਸ ਕਰਕੇ ਮੇਰੇ ਇੱਕ ਨਿੱਕੇ ਜਿਹੇ ਸੱਦੇ ਤੇ ਅੱਜ ਜਿਹੜੀ ਸੰਗਤ ਪਹੁੰਚੀ ਆ ਤੁਸੀਂ ਸਾਰਿਆਂ ਨੇ ਦੇਖ ਲਈ ਹੈ। ਤੇ ਇਸ ਕਰਕੇ ਢੀਂਡਸਾ ਸਾਹਿਬ ਇਹ ਤੁਹਾਡੇ ਕੋਲ ਜਿਹੜੇ ਸਰਪੰਚ ਸੀਗੀ ਸੈਂਕੜੇ ਤਾਦਾਦ ਦੇ ਵਿੱਚ ਪਹੁੰਚੇ ਆ, ਇਹ ਲਗਾਤਾਰ ਤੁਹਾਨੂੰ ਪਿਛਲੇ 4.5 ਸਾਲ ਤੋਂ ਬਾਅਦ ਮਿਲਣਾ ਸ਼ੁਰੂ ਹੋਏ ਜਾਂ ਉਦੋਂ ਹੀ ਤੁਹਾਡੇ ਇਨ ਟੱਚ ਸੀ? ਨਹੀਂ, ਮੇਰੇ ਨਾਲ ਇਨ ਟੱਚ ਵੀ ਮੈਂ ਬਹੁਤ ਚਿਰ ਦਾ ਸਿਆਸਤ ਦੇ ਵਿੱਚ, ਮੈਂ ਕੋਈ 80 ਦਾ ਆਇਆ ਹੋਇਆ। ਉਦੋਂ ਦਾ ਯੂਥ ਤੋਂ ਲੈ ਕੇ ਮੈਂ ਬਲਾਕ ਸੰਮਤੀਆਂ ਦਾ ਵੀ 2 ਵਾਰ ਮੈਂਬਰ ਰਿਹਾ, ਮਾਰਕੀਟ ਕਮੇਟੀ ਦਾ ਵੀ ਰਿਹਾ, ਸਰਪੰਚ ਵੀ ਰਿਹਾ, ਵਾਈਸ ਪ੍ਰਧਾਨ ਵੀ ਜ਼ਿਲ੍ਹੇ ਦਾ ਰਿਹਾ। 2 ਵਾਰ ਮੈਂ ਜ਼ਿਲ੍ਹੇ ਦਾ ਵਾਈਸ ਆਪਣਾ ਪ੍ਰਧਾਨ ਰਿਹਾ। 1 ਵਾਰ ਮੈਂ ਪੰਜਾਬ ਦਾ ਜਨਰਲ ਸੈਕਟਰੀ ਵੀ ਰਿਹਾ। ਮੇਰੀ ਲੋਕਾਂ ਨੇ ਸਾਰਿਆਂ ਨਾਲ ਅਟੈਚਮੈਂਟ ਆ, ਲੋਕ ਮੈਨੂੰ ਦਿਲੋਂ ਪਿਆਰ ਕਰਦੇ ਆ। ਇਸ ਕਰਕੇ ਮੇਰੇ ਨਾਲ ਮੈਂ ਉੱਥੇ ਹੁਣ ਦਫ਼ਤਰ ਦੇ ਵਿੱਚ ਆਪਦੇ ਜਦੋਂ ਪ੍ਰਧਾਨ ਰਿਹਾ ਮੈਂ ਬਹਿੰਦਾ ਹੁੰਦਾ ਸੀਗਾ। ਮੇਰੇ ਕੋਲੇ ਕੋਈ ਵੀ ਆਉਂਦਾ ਸੀ, ਮੇਰੇ ਕੋਲ ਈਵਨ ਅਕਾਲੀ ਵੀ ਆ ਜਾਂਦੇ ਸੀ ਨਾ, ਉਹਨਾਂ ਦਾ ਆਪਦਾ ਪਰਸਨਲੀ ਕੰਮ ਹੁੰਦਾ ਸੀਗਾ। ਮੈਂ ਕਦੇ ਕਿਸੇ ਨੂੰ ਜਵਾਬ ਨਹੀਂ ਦਿੱਤਾ। ਢੀਂਡਸਾ ਸਾਹਿਬ ਤੁਹਾਡੇ ਕੋਲ ਵੀ ਆਉਣਾ, ਸੁਰਿੰਦਰਪਾਲ ਜੀ। ਢੀਂਡਸਾ ਸਾਹਿਬ ਮੈਂ ਸਵਾਲ ਕਰਨਾ ਚਾਹੂੰਗਾ ਕਿ ਟੱਚ ਦੇ ਵਿੱਚ ਤੁਹਾਡੇ ਸੀਗੇ ਸਰਪੰਚ ਸਾਰੇ, ਪਰ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਨੇ ਕਿ ਸਾਡੇ ਤੋਂ ਇੰਨਾ ਰੁਪਈਆ ਲਿਆ ਗਿਆ ਜਾਂ ਚੇਅਰਮੈਨਾਂ ਜਾਂ ਸਰਪੰਚਾਂ ਦੀ ਗੱਲ ਵਾਰ-ਵਾਰ ਮੁੜ ਕੇ ਆਉਂਦੀ ਹੈ ਵੀ ਇੰਨਾ ਰੁਪਈਆ ਇਕੱਠਾ ਕੀਤਾ ਉਹਨਾਂ ਨੇ, ਇਹਦੇ 'ਚ ਕਿੰਨੀ ਕੁ ਸੱਚਾਈ ਹੈਗੀ? ਵੈਸੇ ਤੁਸੀਂ ਸਟੇਜ ਦੇ ਮਾਧਿਅਮ ਰਾਹੀਂ ਦੱਸ ਚੁੱਕੇ ਹੋ, ਪਰ ਫਿਰ ਵੀ ਜਦੋਂ ਆਪਾਂ ਇੱਧਰੋਂ ਗੱਲ ਕਰਦੇ ਹਾਂ ਤਾਂ ਅੱਗੋਂ ਰਿਸਪੌਂਸ ਇਹ ਆਉਂਦਾ ਕਿ ਇਹ ਝੂਠ ਮਾਰਦੇ ਆ, ਇਸ ਤਰ੍ਹਾਂ ਦਾ ਕੁਝ ਹੋਇਆ ਨਹੀਂਗਾ। ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਇਹਦੇ ਬਾਰੇ ਜੀ ਤੁਸੀਂ ਤਾਂ ਵੇਖ ਹੀ ਲਿਆ ਹੋਣਾ, ਇੱਥੇ ਖੜਾ ਸੀ ਸਰਪੰਚ ਜਿਹੜਾ ਦੱਸਿਆ ਸੀ ਮੇਰੇ ਕੋਲ ਇੰਨੇ ਪੈਸੇ ਲੈ ਗਿਆ, ਤੇ ਬੱਚੇ ਹੋਰ ਬੈਠੇ ਸੀ ਜਿਹੜੇ ਉਹ ਕਹਿੰਦੇ ਸਾਡੇ ਕੋਲ ਇੰਨੇ ਪੈਸੇ ਲੈ ਗਿਆ। ਆ ਚੇਅਰਮੈਨ ਗੁਰਬਚਨ ਸਿੰਘ ਖਾਰਾ ਸਾਹਿਬ ਬੈਠੇ ਸੀ, ਇਹਨਾਂ ਕੋਲੋਂ ਲਏ ਆ। ਕਿਹੜਾ ਬੰਦਾ ਛੱਡਿਆ ਇਹਨਾਂ ਨੇ ਜਿਹਦੇ ਕੋਲ ਪੈਸੇ ਨਹੀਂ ਲਏ? ਕਿਸੇ ਨੂੰ ਕੋਈ ਮੁਫ਼ਤ ਇਹਨਾਂ ਨੇ ਕੋਈ ਅਹੁਦਾ ਜਾਂ ਕਿਸੇ ਨੂੰ ਕੋਈ ਕੰਮ ਕੀਤਾ ਹੀ ਨਹੀਂਗਾ। ਇੱਥੇ ਅਕਾਲੀ ਤਾਂ ਹੱਸਦੇ ਹੁੰਦੇ ਸੀ, ਕਹਿੰਦੇ ਵੀ ਮੈਨੂੰ ਕਹਿਣਾ ਪ੍ਰਧਾਨ ਜੀ ਸਾਨੂੰ ਤੁਹਾਡੀ ਸਰਕਾਰ ਚੰਗੀ ਆ, ਪੈਸੇ ਦੇ ਕੇ ਕੰਮ ਕਰਾ ਲਈਦਾ। ਸਾਡੇ ਬੰਦੇ ਰੋਂਦੇ ਫਿਰਦੇ, ਕੰਮ ਇਹਨਾਂ ਦੇ ਬੰਦੇ ਹੋਈ ਜਾਂਦੇ ਸੀ ਅਕਾਲੀਆਂ ਦੇ। ਇਹ ਵੀ ਚੀਜ਼ ਹੋ ਸਕਦੀ ਹੈ ਕਿ ਚੋਣ ਜਾਬਤਾ ਲੱਗਣ ਤੋਂ ਬਾਅਦ ਬਹੁਤ ਸਾਰੇ ਜਿਹੜੇ ਸਰਪੰਚ ਆ ਜਿਨ੍ਹਾਂ ਤੋਂ ਪੈਸੇ ਲਏ ਗਏ ਉਹ ਖੁੱਲ੍ਹ ਕੇ ਸਾਹਮਣੇ ਆਉਣਗੇ, ਕਿਉਂਕਿ ਅਜੇ ਮੌਜੂਦਾ ਸਰਕਾਰ ਵੀ ਆ। ਬਿਲਕੁਲ ਆਉਣਗੇ ਜੀ। ਉਹ ਥੋੜਾ ਜਿਹਾ ਅਜੇ 1 ਹਫ਼ਤੇ ਦਾ ਤੁਸੀਂ ਵੇਟ ਕਰੋ। ਜਿਵੇਂ ਅੱਜ ਇਹਨਾਂ ਨੇ ਉੱਥੇ ਕੋਈ ਇਹਨਾਂ ਨੇ ਕਿਹਾ ਸੀ ਹਲ ਵੀ ਅੱਜ ਸਰਪੰਚਾਂ ਨੂੰ ਚੈੱਕ ਵੰਡਣੇ, ਤੁਸੀਂ ਬਲਾਕ 'ਚ ਆਓ, ਉੱਥੇ ਤੁਹਾਨੂੰ ਚੈੱਕ ਦੇਵਾਂਗੇ। ਅੱਜ ਕੋਈ ਸਰਪੰਚ ਵਿਚਾਰੇ ਕੋਈ ਬੰਦੇ ਭੋਲੇ ਬੰਦੇ ਜਿਹੜੇ ਜਾਵੜਦੇ ਵੀ ਅਸੀਂ ਉੱਥੇ ਲੈਣੇ ਆ, ਉੱਥੇ ਪਹੁੰਚ ਗਏ ਵੀ ਇੱਥੇ ਇਕੱਠ ਨਾ ਹੋਵੇ ਢੀਂਡਸੇ ਪਿੰਡ ਵਿੱਚ। ਬਾਕੀ ਇਕੱਠ ਤੁਸੀਂ ਦੇਖ ਲਿਆ ਤੇ ਜਿਹੜਾ ਕੁਝ ਇਕੱਠ ਕਾਫੀ ਭਾਰੀ ਗਿਣਤੀ ਦੇ ਵਿੱਚ ਸੀਗਾ। ਲੋਕ ਬਹੁਤ ਸਾਰੇ ਆਏ ਸੀ, ਮੁਸ਼ਕਲਾਂ ਲੈ ਕੇ। ਅਸੀਂ ਵੀ ਸਟੇਜ ਦੇ ਮਾਧਿਅਮ ਰਾਹੀਂ ਸੁਣੀਆਂ। ਪੱਤਰਕਾਰ ਕੌਰ ਗੈਰੀ, ਉਹਨਾਂ ਦੇ ਉੱਪਰ ਨਸ਼ੇ ਦੇ ਵੀ ਇਲਜ਼ਾਮ ਲੱਗਦੇ ਆ, ਚੋਰੀਆਂ ਵੀ ਹਲਕੇ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ, ਨਸ਼ਾ ਵੀ ਵੱਡੀ ਤਾਦਾਦ ਦੇ ਵਿੱਚ ਵਿਕ ਰਿਹਾ। ਕੀ ਲੱਗਦਾ ਉਹਨਾਂ ਦਾ ਕੋਈ ਵੱਡਾ ਹੱਥ ਹੋ ਸਕਦਾ ਇਸ ਦੇ ਵਿੱਚ? ਇਹਦਾ ਜੀ ਇਹ ਤਾਂ ਹੁਣ ਤੋਂ ਜਨਤਾ ਨੂੰ ਸਾਰੀ ਪਤਾ ਜੀ, ਜਨਤਾ ਸਾਰੀ ਕਹਿ ਰਹੀ ਹੈ ਜੀ। ਹੱਥ ਤਾਂ ਇਹਨਾਂ ਦੇ ਪਿੱਛੇ ਕੋਈ ਹੈ। ਜਦੋਂ ਕੋਈ ਕੰਮ ਕਰਦਾ ਉਹਦੇ ਪਿੱਛੇ ਕਿਸੇ ਚੀਜ਼ ਦਾ ਹੱਥ ਜ਼ਰੂਰ ਹੁੰਦਾ। ਜੇ ਇਹ ਨਸ਼ੇ ਦੀ ਗੱਲ ਹੈ, ਹੁਣ ਖੁਦ ਇਹਦਾ ਭਤੀਜਾ ਜਿਹੜਾ ਉਹ ਸਮੈਕ 1 ਕਿਲੋ ਸਮੈਕ ਉਹਦੇ ਕੋਲੋਂ ਫੜੀ ਗਈ ਤੇ ਮੋਗੇ ਕਾਰ ਅਜੇ ਵੀ ਖੜੀ ਉੱਥੇ ਪੁਲਿਸ ਦੀ ਕਸਟਡੀ ਵਿੱਚ। ਇਹ ਤਾਂ ਮੂੰਹ ਬੋਲਦੀਆਂ ਤਸਵੀਰਾਂ, ਗੱਲਾਂ ਸਾਰੀਆਂ, ਇਹਦੇ ਵਿੱਚ ਕੋਈ ਮਤਲਬ ਕਿ ਉਹਲੇ ਵਾਲੀ ਗੱਲ ਨਹੀਂ ਹੈ। ਇੱਕ ਤੁਹਾਡੀ ਇੰਟਰਵਿਊ ਆਈ ਸੀ ਸਰਪੰਚੀਆਂ ਦੇ ਇਲੈਕਸ਼ਨ ਤੋਂ ਬਾਅਦ, ਕਿ ਤੁਸੀਂ ਇੱਕ ਇੰਟਰਵਿਊ ਕੀਤੀ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਵਾਕਿਆ ਹੀ ਜਿਹੜੇ ਆ ਪੈਸੇ ਲੈ ਕੇ ਸਰਪੰਚੀਆਂ ਦਿੱਤੀਆਂ ਗਈਆਂ। ਉਸ ਤੋਂ ਬਾਅਦ ਦੌਰ ਚੱਲ ਪਿਆ, ਲੋਕ ਬੋਲਣ ਲੱਗ ਪਏ, ਕੁਝ ਲੋਕ ਕੈਮਰੇ ਤੇ ਆ ਕੇ ਸ਼ੁਰੂ ਹੋ ਗਏ ਬੋਲਣਾ, ਲਾਈਵ ਵੀ ਹੋਣਾ ਸ਼ੁਰੂ ਹੋ ਗਏ। ਪਰ ਅੱਜ ਜਿਹੜਾ ਹੈਗਾ ਇਹ ਪੂਰਾ ਜਿਹਨੂੰ ਆਪਾਂ ਕਹਿ ਦਿੰਦੇ ਕਿ ਘੜਾ ਫੁੱਟ ਚੁੱਕਿਆ, ਅੱਜ ਸਾਰੇ ਸਾਹਮਣੇ ਆ ਚੁੱਕਿਆ। ਇਸ ਦਾ ਕਿੰਨਾ ਕੁ ਖਮਿਆਜ਼ਾ ਭੁਗਤਣਾ ਪਏਗਾ ਮੌਜੂਦਾ ਵਿਧਾਇਕਾ ਸਤਿਕਾਰ ਕੌਰ ਨੂੰ? ਇਹ ਤੁਸੀਂ ਅੱਜ ਵੇਖ ਲਿਆ, ਜਿਹੜੇ ਲੋਕ ਆ ਸਾਰੇ ਲੋਕ ਆ ਉਹ ਆਪਦੇ ਦਿਲ ਦੀਆਂ ਗਹਿਰਾਈਆਂ 'ਚੋਂ ਬੋਲਦੇ ਸੀ। ਕੋਈ ਕਿਸੇ ਤੋਂ ਡਰ ਕੇ ਨਹੀਂ ਬੋਲਦਾ ਸੀ, ਕਿਉਂਕਿ ਉਹ ਅੱਜ ਵੀ ਮੌਜੂਦਾ ਵਿਧਾਇਕ ਆ। ਫਿਰ ਵੀ ਉਦੋਂ ਜਿਹੜੇ ਉਦੋਂ ਦੁਖੀ ਸੀਗੇ ਸਾਰੇ ਇੱਥੇ ਪਹੁੰਚੇ ਆ। ਜੇ ਉਹਨਾਂ ਨੂੰ ਕੋਈ ਦੁੱਖ ਤਕਲੀਫ ਸੀ ਤਾਂ ਇੱਥੇ ਪਹੁੰਚੇ ਆ। ਨਹੀਂ ਤਾਂ ਕੋਈ ਵੀ ਹੋਵੇ ਮੌਕੇ ਦਾ ਜਿਹੜਾ ਕੋਈ ਅਫਸਰ ਹੋਵੇ ਜਾਂ ਮੌਕੇ ਦਾ ਵਿਧਾਇਕ ਹੋਵੇ, ਮੰਤਰੀ ਹੋਵੇ, ਤੇ ਕੋਲ ਲੋਕ ਡਰਦੇ ਹੁੰਦੇ ਵੀ ਕੱਲ੍ਹ ਨੂੰ ਸਾਨੂੰ ਖਰਾਬ ਕਰੂਗਾ ਜਾਂ ਸਾਨੂੰ ਕਿਸ ਤਰ੍ਹਾਂ ਦਾ ਹੋਊਗਾ। ਉਹ ਕੋਈ ਗੱਲ, ਸਾਰੀਆਂ ਗੱਲਾਂ ਨੂੰ ਛੱਡ ਕੇ ਅੱਜ ਲੋਕ ਤੁਸੀਂ ਦੇਖ ਲਏ ਇੱਥੇ ਪਹੁੰਚੇ ਆ ਔਰ ਬੋਲ ਰਹੇ ਸੀ ਸਾਰਾ ਆਪਦੇ ਦਿਲ ਦੀਆਂ ਗਹਿਰਾਈਆਂ 'ਚੋਂ, ਜਿੱਥੇ ਮਤਲਬ ਕਿ ਇੱਥੋਂ ਤੱਕ ਵੀ ਲੇਡੀਜ਼ ਵੀ ਪਹੁੰਚੀਆਂ ਸੀ ਅੱਜ। ਹਾਈ ਕਮਾਂਡ ਤੋਂ ਕੌਣ ਆਏ ਸੀ ਤੇ ਕੀ ਗੱਲਬਾਤ ਹੋਈ ਆ ਤੇ ਕਿਹੜਾ ਚਿਹਰਾ ਤੁਸੀਂ ਨਵਾਂ ਅੱਗੇ ਲੈ ਕੇ ਆਏ ਹੋ?
ਅੱਜ ਇਹ ਆਪਣੇ ਸਿੱਧੂ ਸਾਹਿਬ ਦੇ OSD ਸੀਗੇ ਜੀ ਅਮਨਦੀਪ ਸਿੰਘ ਵੇਰਕਾ, ਉਹ ਅਸੀਂ ਗਏ ਸੀ ਉੱਥੇ ਮਿਲੇ ਸੀ ਮੈਡਮ ਜੀ ਨੂੰ, ਤੇ ਮੈਡਮ ਜੀ ਨੇ ਆਖਿਆ ਸੀ ਤੁਹਾਡੇ ਇੰਚਾਰਜ ਇਹ ਲੱਗੇ ਆ, ਇਹ ਤੁਹਾਨੂੰ ਮਤਲਬ ਕਿ ਆਉਣਗੇ ਤੁਹਾਡੇ ਉੱਥੇ ਜਾ ਕੇ ਹਲਕੇ ਦਾ ਸਾਰੇ ਦਾ ਇਹ ਦੇਖਣਗੇ, ਉਹਦਾ ਸਰਵੇ ਕਰਨਗੇ। ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਸਾਡੇ ਇੱਕ ਵਾਰ ਵੀ ਸਾਡਾ ਇਕੱਠ ਹੋਣਾ ਉੱਥੇ ਤੁਸੀਂ ਜ਼ਰੂਰ ਪਹੁੰਚਿਆ ਜੋ, ਉਹ ਸਾਡੇ ਕਹਿਣ ਦੇ ਉੱਤੇ ਰਿਕੁਐਸਟ ਉੱਤੇ ਇਹ ਸਾਡੇ ਕੋਲੇ ਪਹੁੰਚੇ ਜੀ। ਚਿਹਰਾ ਅੱਜ ਫਿਰ ਸੁਰਿੰਦਰਪਾਲ ਸਿੱਧੂ ਦਾ ਤੁਸੀਂ ਸਾਹਮਣੇ ਲੈ ਕੇ ਆਏ ਹੋ। ਹਾਂਜੀ ਬਿਲਕੁਲ, ਇੱਥੋਂ ਦਾ ਜੰਪ ਵਾਲਾ, ਇੱਥੋਂ ਦਾ ਰਹਿਣ ਵਾਲਾ, ਇੱਥੇ ਪੜ੍ਹਿਆ, ਇੱਥੇ ਲਿਖਿਆ, ਹਾਂਜੀ, ਤੇ ਪੜ੍ਹਿਆ ਲਿਖਿਆ ਐਡਵੋਕੇਟ ਆ, ਸੀਨੀਅਰ ਐਡਵੋਕੇਟ ਆ, ਤੇ ਮਤਲਬ ਕਿ ਇਸ ਕਰਕੇ ਇਹਨਾਂ ਨੂੰ ਅਸੀਂ ਲੈ ਕੇ ਆਏ ਹਾਂ। ਸਾਡੇ ਇਲਾਕੇ ਦੀ ਮੰਗ ਸੀਗੀ, ਮੇਰੀ ਮੰਗ ਨਹੀਂ ਸੀਗੀ, ਇਲਾਕੇ ਦੀ ਮੰਗ ਸੀ ਵੀ ਸਿੱਧੂ ਸਾਹਿਬ ਨੂੰ ਲਿਆਂਦਾ ਜਾਵੇ, ਕਿਉਂਕਿ ਪਹਿਲਾਂ ਬੜਾ ਪੁਰਾਣਾ ਯੂਥ ਕਾਂਗਰਸ ਤੋਂ ਲੈ ਕੇ ਇਹ ਕੰਮ ਕਰਦੇ ਆਏ ਆ ਇਹ ਪਾਰਟੀ ਦੇ ਵਿੱਚ, ਤੇ ਬੜਾ ਇਹਨਾਂ ਦਾ ਪਾਰਟੀ ਵਾਸਤੇ ਯੋਗਦਾਨ ਹੈ। ਤੇ ਮੇਰਾ ਇੱਕ ਲਾਸਟ ਸਵਾਲ ਹੋਰ ਆ ਬਲਾਕ ਨੂੰ ਲੈ ਕੇ, ਜਿਸ ਬਲਾਕ ਤੋਂ ਪਿੰਡਾਂ ਦੇ ਵਿੱਚ ਵਿਕਾਸ ਹੋਣਾ ਹੁੰਦਾ, ਜਿੱਥੋਂ ਪੈਸਾ ਚੱਲਣਾ ਹੁੰਦਾ, ਲੇਕਿਨ ਉਹ ਬਲਾਕ ਦਾ ਜਿਹੜਾ ਨਾਮ ਆ ਉਹ ਭ੍ਰਿਸ਼ਟ ਬਲਾਕ ਦੇ ਵਿੱਚ ਆ ਚੁੱਕਿਆ, ਨੰਬਰ 1 ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਹੋ ਚੁੱਕਿਆ। ਇਹਦੇ ਪਿੱਛੇ ਕੀ ਕਾਰਨ ਆ? ਜਿਹੜੇ ਅਧਿਕਾਰੀ ਆ ਉਹਨਾਂ ਦਾ, ਜਾਂ ਇਹਦੇ ਪਿੱਛੇ ਵੀ ਮੌਜੂਦਾ ਵਿਧਾਇਕਾਂ ਦਾ ਹੀ ਹੱਥ ਹੈਗਾ? ਮੌਜੂਦਾ ਵਿਧਾਇਕਾਂ ਦਾ ਹੱਥ ਆ ਜੀ। ਜਦੋਂ ਚੇਅਰਮੈਨ ਹੈ, ਜੇ ਚੇਅਰਮੈਨ 40 ਲੱਖ ਜਾਂ 35 ਲੱਖ ਰੁਪਈਆ ਲੈ ਕੇ ਚੇਅਰਮੈਨ ਬਣਦਾ ਹੈ, ਤੇ ਉਹ ਦੱਸੋ ਉਹਦੀ ਹੋਰ ਕੀ ਇਨਕਮ ਹੈ? ਉਹ ਇਸੇ ਕਰਕੇ ਬੈਠਾ ਉੱਥੇ, ਉਹ ਪੈਸੇ ਕਮਾਉਂਦੇ ਆ। ਜਿੰਨੇ ਵੀ ਇੱਥੇ ਬੈਠੇ ਆ ਜਾਂ ਚੇਅਰਮੈਨ ਬਣੇ ਆ ਜਾਂ ਜਿੰਨੇ ਵੀ ਸਰਪੰਚ ਬਣੇ ਆ, ਤੁਸੀਂ ਜਾ ਕੇ ਦੇਖੋ ਪਿੰਡਾਂ ਦੇ ਉਹ ਜਾਂ ਕੰਮ ਹੀ ਨਹੀਂ ਹੋ ਰਿਹਾਗਾ। ਜੋ 20% ਤਾਂ ਪਹਿਲਾਂ ਇਹ ਪੈਸਾ ਮੰਗੀ ਜਾਂਦੇ ਤੇ ਮਗਰੋਂ ਕਿੱਥੇ ਦੇਣ? ਇਹਨਾਂ ਨੇ ਜਿਹੜੀਆਂ ਪੰਚਾਇਤੀ ਜ਼ਮੀਨਾਂ ਸੀਗੀਆਂ ਉਹ ਆਪ ਬਿਨਾਂ ਬੋਲੀ ਤੋਂ ਹੀ ਅੰਦਰ ਖਾਤੇ ਕਰਕੇ ਤੇ ਉਹ ਆਪਦੇ ਨਾਂ ਤੜਾ ਕੇ, ਆਪਦੇ ਬੰਦੇ ਨਾਂ ਤੜਾ ਕੇ ਬਾਕੀ ਪੈਸੇ ਲੈ ਲਏ। ਬਿਲਕੁਲ ਚਮਕੌਰ ਸਿੰਘ ਢੀਂਡਸਾ ਸਾਡੇ ਨਾਲ ਮੌਜੂਦ ਸੀਗੇ। ਗੱਲਬਾਤ ਕਰਾਂਗੇ, ਸੁਰਿੰਦਰਪਾਲ ਸਿੱਧੂ ਜੀ ਵੀ ਇੱਥੇ ਸਾਡੇ ਨਾਲ ਮੌਜੂਦ ਨੇ। ਗੁਰਲਾਲ ਜੀ ਇਸ ਸਾਈਡ ਆ ਜਾਓ, ਗੱਲਬਾਤ ਕਰਾਂਗੇ ਸੁਰਿੰਦਰਪਾਲ ਸਿੰਘ ਸਿੱਧੂ ਨਾਲ ਵੀ, ਇਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਜਿਨ੍ਹਾਂ ਦਾ ਚਿਹਰਾ ਅੱਜ ਦਿੱਤਾ ਗਿਆ ਹੈ ਕਿ ਸੁਰਿੰਦਰਪਾਲ ਸਿੱਧੂ ਨੂੰ ਮੌਕਾ ਦਿੱਤਾ ਜਾਵੇ, ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਮੌਕਾ ਦਿੱਤਾ ਜਾਵੇ, ਇਹਨਾਂ ਨੂੰ ਟਿਕਟ ਦਿੱਤੀ ਜਾਵੇ ਕਿ ਇਹ ਆਉਣ ਵਾਲੇ ਟਾਈਮ 'ਚ ਹਲਕਾ ਦਿਹਾਤੀ ਨੂੰ ਸਾਂਭਣ। ਪਰ ਇਹਨਾਂ ਨਾਲ ਗੱਲਬਾਤ ਕਰਦੇ ਆ, ਪਹਿਲਾਂ ਵੀ ਸਾਡੇ ਚੈਨਲ ਤੇ ਕਾਫੀ ਵਾਰ ਆ ਚੁੱਕੇ ਨੇ। ਸਿੱਧੂ ਜੀ ਤੁਹਾਡਾ ਸਵਾਗਤ ਆ ਆਵਾਜ਼ੇ ਪੰਜਾਬ ਤੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਕੀ ਲੱਗਦਾ ਅੱਜ ਤੁਹਾਡੇ ਨਾਲ ਬਹੁਤ ਸਾਰੇ ਜਿਹੜੇ ਟਕਸਾਲੀ ਵਰਕਰ ਆਪਾਂ ਕਹਿ ਸਕਦੇ ਹਾਂ, ਸਰਪੰਚ ਕਹਿ ਸਕਦੇ ਹਾਂ, ਉਹ ਇੱਥੇ ਇਕੱਠ ਦੇ ਵਿੱਚ ਸ਼ਾਮਿਲ ਸੀਗੇ, ਤੁਹਾਡੇ ਨਾਲ ਖੜੇ ਸੀ, ਇੰਝ ਲੱਗਦਾ ਸੀ ਕਿ ਵਾਕਈ ਮਤਲਬ ਕਿ ਜਿਹੜਾ ਅਨਾਉਂਸਮੈਂਟ ਆ ਉਹ ਬਾਕੀ ਆ, ਤੇ ਤੁਹਾਡਾ ਜਿਹੜਾ ਚਿਹਰਾ ਉਹ ਤਾਂ ਸਾਹਮਣੇ ਵਾਕਈ ਲੋਕਾਂ ਦੇ ਆ ਚੁੱਕਿਆ। ਕੀ ਕਹਿਣਾ ਚਾਹੋਗੇ? ਕੁਛ ਹੈ ਦਿਲ ਦੇ ਵਿੱਚ? ਇਹੋ ਹੀ ਹੈ ਵੀ ਹਲਕਾ ਦਿਹਾਤੀ ਦੇ ਲੋਕ, ਮੈਂ ਹਰ ਕਿਸੇ ਬੰਦੇ ਦੇ ਨਾਲ ਮੇਰੇ ਦਿਲੋਂ ਸੰਬੰਧ ਇਸ ਹਲਕੇ ਦੇ ਵਿੱਚ, ਕੋਈ ਐਸਾ ਟਕਸਾਲੀ ਕਾਂਗਰਸੀ ਨਹੀਂ ਹੈ ਜਿਹਦੇ ਨਾਲ ਮੇਰਾ ਸੰਬੰਧ ਨਹੀਂ ਹੈ, ਔਰ ਉਹਨਾਂ ਨੂੰ ਮੇਰੀ ਛਵੀ ਬਾਰੇ, ਮੇਰੀ ਰੈਪੂਟੇਸ਼ਨ ਬਾਰੇ, ਮੇਰੀ ਕਾਰਗੁਜ਼ਾਰੀ ਬਾਰੇ ਸਭ ਚੰਗੀ ਤਰ੍ਹਾਂ ਪਤਾ ਹੈ। ਉਸ ਪਿਆਰ ਦੇ ਕਰਕੇ, ਔਰ ਅੰਕਲ ਚਮਕੌਰ ਸਿੰਘ ਢੀਂਡਸਾ ਜਿਨ੍ਹਾਂ ਨੇ ਅੱਜ ਮੈਨੂੰ ਆਸ਼ੀਰਵਾਦ ਦੇ ਕੇ ਮੇਰੇ ਨਾਲ ਤੁਰੇ ਆ, ਮੈਂ ਉਹਨਾਂ ਦਾ ਧੰਨਵਾਦੀ ਹਾਂ। ਉਹਨਾਂ ਦੀ ਛਵੀ ਸਾਫ਼ ਸੁਥਰੀ ਹੈ, ਜਿਸ ਕਰਕੇ ਸਾਰੇ ਲੋਕ ਅੱਜ ਇਕੱਤਰ ਹੋਏ। ਅੱਛਾ, ਤੁਸੀਂ ਸਾਡੀ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਮੇਰੇ ਕੋਲ ਬਹੁਤ ਕੁਝ ਹੈਗਾ, ਕਿਉਂਕਿ ਜੋ ਮੌਜੂਦਾ ਵਿਧਾਇਕਾਂ ਨੇ ਕੀਤਾ, ਆਉਣ ਵਾਲਾ ਸਮਾਂ ਆਏਗਾ, ਮੈਂ ਸਮੇਂ ਦੇ ਨਾਲ ਨਾਲ ਸਭ ਕੁਝ ਕੱਢਾਂਗਾ। ਕੀ ਲੱਗਦਾ ਉਹਦੇ ਵਿੱਚੋਂ ਅੱਜ ਦਾ ਜਿਹੜਾ ਦਿਨ, ਅੱਜ ਦਾ ਜੋ ਤੁਸੀਂ ਕੀਤਾ, ਇਹ ਵੀ ਉਹਦੇ ਚੋਂ ਇੱਕ ਆ? ਮੈਂ ਤੁਹਾਨੂੰ ਉਦੋਂ ਕਿਹਾ ਸੀ ਪਿਛਲੀ ਇੰਟਰਵਿਊ 'ਚ, ਬਈ ਹੁਣ आगे आगे देखो इब्ता दे इश्क रोता है क्या, आगे आगे देखो होता है क्या। ਅੱਜ ਉਹ ਸਾਰੇ ਬੰਦੇ ਆਪਣੇ ਆਪ ਬੋਲੇ, ਸਭ ਨੇ ਬੋਲਿਆ, ਸਭ ਨੇ ਦੱਸਿਆ, ਤੁਸੀਂ ਰਿਕਾਰਡ ਕੀਤਾ, ਤੁਹਾਡੇ ਚੈਨਲ ਤੇ ਵੀ ਚੱਲ ਰਿਹਾ ਹੋਣਾ, ਸਭ ਲੋਕ ਆਪਣੇ ਆਪ ਹੀ ਦੱਸ ਰਿਹਾ। ਇਹੀ ਗੱਲਾਂ ਸੀ ਜਿਹੜੀਆਂ ਮੈਂ ਉਦੋਂ ਕਹਿੰਦਾ ਸੀ ਵੀ ਸਮਾਂ ਆਉਣ ਤੇ ਸਭ ਦੱਸਾਂ। ਚੋਣ ਜਾਬਤਾ ਤੋਂ ਬਾਅਦ ਵੀ ਲੱਗਦਾ ਲੋਕ ਖੁੱਲ ਕੇ ਆਉਣਗੇ, ਵੀਡੀਓਜ਼ ਜਾਂ ਕੁਝ ਐਫੀਡੇਵਿਟਸ ਲੋਕਾਂ ਦੇ ਜਾਂ ਜੋ ਪੈਸੇ ਲਏ ਆ ਉਹ ਚੀਜ਼ਾਂ ਸਾਹਮਣੇ ਨਿਕਲ ਕੇ ਆਉਣਗੀਆਂ ਚੋਣ ਜਾਬਤੇ ਤੋਂ ਬਾਅਦ? ਚੋਣ ਜਾਬਤੇ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਹੋ ਜਾਣਗੇ ਕਿ ਸਾਡੇ ਮੌਜੂਦਾ ਜਿਹੜੇ ਲੀਡਰ ਹੈ ਨਾ, ਉਹਨਾਂ ਮੀਆਂ ਬੀਬੀ ਨੂੰ ਘਰੋਂ ਨਿਕਲਣਾ ਮੁਸ਼ਕਿਲ ਹੋ ਜਾਏਗਾ। ਔਰ ਮੈਨੂੰ ਤਾਂ ਇਹ ਲੱਗਦਾ ਵੀ ਉਹ ਚੰਡੀਗੜ੍ਹ ਜਿਹੜੀਆਂ ਉਹਨਾਂ ਨੇ ਕੋਠੀਆਂ ਤੋਂ ਲਈਆਂ ਉੱਥੇ ਜਾ ਕੇ ਬਹਿ ਜਾਣਗੇ। ਹੋ ਸਕਦਾ ਕੋਠੀਆਂ ਇਸੇ ਕਰਕੇ ਲਈਆਂ ਹੋਣ ਕਿ ਉੱਥੇ ਬੈਠਣ ਲਈ, ਕਿਉਂਕਿ ਪਹਿਲਾਂ ਵੀ ਲੋਕ ਦੱਸਦੇ ਆ ਕਿ 4.5 ਸਾਲ ਪੌਣੇ 5 ਸਾਲ ਹੋ ਚੁੱਕੇ ਆ, ਮੌਜੂਦਾ ਵਿਧਾਇਕਾਂ ਤਾਂ ਇੱਥੇ ਆਏ ਹੀ ਨਹੀਂ। ਮੌਜੂਦਾ ਵਿਧਾਇਕਾਂ 50 ਸਾਲਾਂ ਦੇ ਦੌਰਾਨ ਸਿਰਫ 67 ਦਿਨ ਦੀ ਹਾਜ਼ਰੀ ਹੈ, 67 ਦਿਨ। ਤੇ ਗੱਲ ਕਰ ਰਹੇ ਨੇ ਕਿ ਅਸੀਂ ਹਲਕੇ ਦੇ ਲਈ ਬਹੁਤ ਕੁਝ ਕਰ ਰਹੇ ਹਾਂ, ਹਲਕੇ ਦੇ ਵਿਕਾਸ ਲਈ ਬਹੁਤ ਕੁਝ ਕਰ ਰਹੇ ਹਾਂ। ਦੇਖੋ, ਉਹ ਨਾ ਸਿਰਫ ਵਿਕਾਸ, ਗਲੀਆਂ ਨਾਲੀਆਂ ਜਿਹੜੀਆਂ ਬਣੀਆਂ ਨੇ ਨਾ, ਉਹਨੂੰ ਵਿਕਾਸ ਮੰਨਦੇ। ਗਲੀਆਂ ਨਾਲੀਆਂ ਸਾਡੇ ਜਿੰਨੇ ਸੂਝਵਾਨ ਨੌਜਵਾਨ ਸਰਪੰਚ ਹੈ ਨਾ, ਜੇਕਰ ਮਨਰੇਗਾ ਨਾ ਹੁੰਦੀ ਤੇ ਉਹ ਵਿਚਾਰੇ ਇਹ ਵੀ ਕੰਮ ਨਾ ਕਰਵਾ ਪਾਉਂਦੇ। ਇਹ ਤਾਂ ਮਨਰੇਗਾ ਬਣੀ ਸੀ ਡਾਕਟਰ ਮਨਮੋਹਨ ਸਿੰਘ ਜੀ ਦੇ ਸਮੇਂ, ਮਨਰੇਗਾ ਨੇ ਬਚਾ ਲਿਆ। ਔਰ ਸਾਡੇ ਨੌਜਵਾਨ ਸਰਪੰਚਾਂ ਦੀ ਸੋਚ ਸਦਕਾ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਹੋਈ ਹੈ। ਉਹਦੇ 'ਚ ਕਿਸੇ MLAs ਦਾ ਕੋਈ ਰੋਲ ਨਹੀਂ ਹੈ। ਜੇ ਹੁੰਦਾ ਤੇ ਅੱਜ ਸਰਪੰਚ ਮੌਜੂਦਾ ਇੱਥੇ ਨਾ ਆਏ ਹੁੰਦੇ। ਵਰਕ ਇੱਕ ਚਰਚਾ ਛਿੜੀ ਹੋਈ ਹੈ ਕਿ ਜੈਤੋ ਜਾ ਰਹੇ ਨੇ,
ਜੈਤੋਂ ਜਾ ਰਹੇ ਨੇ। ਲੇਕਿਨ ਕੱਲ ਮੌਜੂਦਾ ਵਿਧਾਇਕਾ ਦੇ ਪਤੀ ਲਾਡੀ ਗੈਰੀ ਨੇ ਇੱਕ ਵਰਕਰ ਮੀਟਿੰਗ ਕੀਤੀ ਸੀਗੀ, ਉਹਦੇ 'ਚ ਸਰਪੰਚ ਕਾਫੀ ਮੌਜੂਦ ਸੀ, ਕਾਫੀ ਘੱਟ ਸੀਗਾ। ਉੱਥੇ ਬਾਹਾਂ ਖੜੀਆਂ ਕਰਕੇ ਉਹਨਾਂ ਨੇ ਇਹ ਗੱਲ ਕਹਾਈ ਆ ਕਿ ਅਸੀਂ ਇੱਥੋਂ ਦੇ ਹੀ ਹਾਂ, ਹਲਕਾ ਦਿਹਾਤੀ ਫਿਰੋਜ਼ਪੁਰ ਦਿਹਾਤੀ ਸਾਡਾ ਹਲਕਾ ਹੈ, ਅਸੀਂ ਇੱਥੋਂ ਹੀ ਇਲੈਕਸ਼ਨ ਲੜਾਂਗੇ, ਇੱਥੇ ਹੀ ਸਭ ਕੁਝ ਕਰਾਂਗੇ। ਇਹ ਅਫਵਾਹਾਂ ਜੋ ਫੈਲਾ ਰਹੇ ਨੇ, ਉਹਨਾਂ ਨੇ ਇੱਕ ਨਿੱਜੀ ਟਾਰਗੇਟ ਵੀ ਸ਼ਾਇਦ ਕੀਤਾ ਸੀਗਾ, ਤੁਸੀਂ ਉਸ ਵੀਡੀਓ ਨੂੰ ਸੁਣਿਆ ਹੋਏਗਾ। ਉਹ ਟਾਰਗੇਟ ਵੀ ਸਾਡੇ ਅਕੋਰਡਿੰਗ ਉਹ ਤੁਹਾਡੇ ਤੇ ਲੱਗਦਾ ਵੀ ਤੁਸੀਂ ਇਹ ਸਭ ਕੁਝ ਕਰਵਾ ਰਹੇ ਹੋ। ਦੇਖੋ ਗੱਲ ਇਹ ਆ, ਮੈਂ ਤਾਂ ਬੇਨਤੀ ਕੀਤੀ ਹੈ ਲੋਕਾਂ ਨੂੰ, ਲੋਕ ਆਪਣੇ ਆਪ ਬੋਲੇ, ਆਪਣੇ ਆਪ ਦੱਸਿਆ। ਕੱਲ ਮੌਜੂਦਾ ਐਮਐਲਏ 71,200 ਸਮਥਿੰਗ ਵੋਟਾਂ ਪਈਆਂ ਉਹਨੂੰ, ਤੇ ਕੱਲ ਉਹਨੇ ਆਪਦੇ ਘਰੇ 200 ਬੰਦੇ ਦਾ ਇਕੱਠ ਸੀ, ਸਿਰਫ 200, ਜਿਹਦੇ ਚ 12-13 ਮੌਜੂਦਾ ਸਰਪੰਚ ਸੀ ਜਿਨ੍ਹਾਂ ਨੂੰ ਚੈੱਕਾਂ ਦਾ ਲਾਲਚ ਹੈ, ਜਿਹੜੇ ਉਹ ਵੀ ਸਾਡੇ ਭਰਾ ਨੇ। ਜਿੱਦਨ ਕੋਡ ਆਫ ਕੰਡਕਟ ਲੱਗ ਗਿਆ ਉਹ ਵੀ ਉਹਦੇ ਕੋਲ ਨਹੀਂ ਜਾਂਦੇ। 200 ਬੰਦਾ ਇਕੱਠ, ਮੌਜੂਦਾ ਐਮਐਲਏ ਨੂੰ ਬੰਦੇ ਇਕੱਠੇ ਕਰਨੇ ਪੈਣ ਵੀ ਮੈਨੂੰ ਟਿਕਟ ਦੇ ਦਿਓ, ਇਹ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ ਇਹਦੇ ਲਈ? ਇਹ ਤੁਸੀਂ ਆਪ ਸਮਝਦੇ ਹੋ। 117 ਹਲਕਿਆਂ 'ਚ ਜਿੰਨੇ ਕਾਂਗਰਸ ਪਾਰਟੀ ਦੇ ਐਮਐਲਏ, ਕਿਸੇ ਨੇ ਵੀ ਕੋਈ ਇਕੱਠ ਨਹੀਂ ਕੀਤਾ ਕਿ ਮੈਨੂੰ ਟਿਕਟ ਦਿਓ। ਇਹ ਪਹਿਲੇ ਆ ਜਿਹੜੇ ਕਹਿੰਦੇ ਫਿਰਦੇ ਜਾ ਕੇ ਵੀ ਸਾਨੂੰ ਟਿਕਟ ਮਿਲਣੀ ਚਾਹੀਦੀ, ਸਾਨੂੰ ਟਿਕਟ ਮਿਲੇਗੀ। ਕਹਿਣ ਦੀ ਕੀ ਲੋੜ ਹੈ? ਤੁਸੀਂ ਕੰਮ ਕੀਤੇ ਹੋਣ ਚੰਗੇ, ਤੁਹਾਨੂੰ ਕੀ ਲੋੜ ਹੈ ਕਹਿਣ ਦੀ? ਸਿੱਧੂ ਸਾਹਿਬ, ਸ਼ਾਇਦ ਤੁਸੀਂ ਵੀ ਦੇਖਿਆ ਹੋਊਗਾ ਹਲਕਾ ਜੀਰਾ ਦੇ ਵਿੱਚ ਜਦੋਂ ਸੀਐਮ ਆਏ ਸੀਗੇ ਕੁਝ ਦਿਨ ਪਹਿਲਾਂ, ਤਾਂ ਉੱਥੇ ਸਟੇਜ ਦੇ ਉੱਪਰ ਸਾਡਾ ਕੈਮਰਾ ਵੀ ਲਗਾਤਾਰ ਚੱਲ ਰਿਹਾ ਸੀਗਾ। ਉੱਥੇ ਮੌਜੂਦਾ ਵਿਧਾਇਕਾ ਜਿਹੜੇ ਨੇ ਸਤਿਕਾਰ ਕੌਰ ਗੈਰੀ, ਉਹ ਫੋਟੋਆਂ ਖਿੱਚਣ ਦੇ ਵਿੱਚ ਵਿਅਸਤ ਸੀਗੇ ਤੇ ਵਾਰ-ਵਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਚੰਨੀ ਸਾਹਿਬ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਤੇ ਨਾ ਕਿਤੇ ਉਹਨਾਂ ਨੂੰ ਅਣਗੌਲਿਆ ਕੀਤਾ ਗਿਆ ਸੀ। ਹੋ ਸਕਦਾ ਜੋ ਉਹਨਾਂ ਦਾ ਕਾਰਜਕਾਲ ਰਿਹਾ ਪੌਣੇ 5 ਸਾਲਾਂ ਦਾ, ਉਹ ਵੀ ਚਰਨਜੀਤ ਸਿੰਘ ਚੰਨੀ ਦੀ ਨਜ਼ਰ 'ਚ ਹੋਵੇ। ਕਾਂਗਰਸ ਦੀ ਸੀਨੀਅਰ ਲੀਡਰਸ਼ਿਪ, ਈਵਨ ਕਿ ਦਿੱਲੀ ਦੇ AICC ਦੇ ਲੀਡਰ ਜਿਹੜੇ ਸ਼੍ਰੀ ਰਾਹੁਲ ਗਾਂਧੀ ਜੀ, ਸ਼੍ਰੀਮਤੀ ਸੋਨੀਆ ਗਾਂਧੀ ਜੀ, ਪ੍ਰਿੰਕਾ ਗਾਂਧੀ ਜੀ, ਸਭ ਨੂੰ ਇਹਨਾਂ ਦੀ ਕਾਰਗੁਜ਼ਾਰੀ ਦਾ ਪਤਾ ਹੈ ਔਰ ਲਿਖਤੀ ਪ੍ਰਤੀ ਉੱਥੇ ਉਹਨਾਂ ਕੋਲ ਰਿਕਾਰਡ ਹੈ। 72 ਕਰੋੜ 80 ਲੱਖ ਦੀ ਜਿਹੜੀ ਜਾਇਦਾਦ ਬਣਾਈ ਇਹਨਾਂ ਨੇ 2017 ਤੋਂ ਲੈ ਕੇ ਹੁਣ ਤੱਕ, 5 ਕੋਠੀਆਂ ਲਈਆਂ, ਪ੍ਰਾਪਰਟੀਆਂ ਲਈ, 37 ਕਿੱਲੇ ਜ਼ਮੀਨ ਲਈ ਪਿੰਡ ਗੈਰੀ ਵਿਖੇ, ਸਭ ਉਹਨਾਂ ਕੋਲ ਰਿਕਾਰਡ ਹੈ। ਇਸ ਕਰਕੇ ਗੱਲ ਇਹ ਆ ਬਈ ਚੰਨੀ ਸਾਹਿਬ ਵਰਗੇ ਸੂਝਵਾਨ, ਨਵਜੋਤ ਸਿੰਘ ਸਿੱਧੂ ਵਰਗੇ ਸੂਝਵਾਨ ਬੰਦੇ ਬਿਲਕੁਲ ਵੀ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ। ਉਹ ਤਾਂ ਖੁਦ ਕਹਿੰਦੇ ਆ ਵੀ ਇਹ, ਤੁਸੀਂ ਆਪ ਕਹਿੰਦੇ ਹੋ ਵੀ ਅਣਗੌਲਿਆਂ ਕਰਦੇ ਸੀ, ਇੱਥੋਂ ਹੀ ਅੰਦਾਜ਼ਾ ਲੱਗ ਜਾਂਦਾ। ਬਿਲਕੁਲ, ਬਹੁਤ ਬਹੁਤ ਧੰਨਵਾਦ। ਸੁਰਿੰਦਰਪਾਲ ਸਿੰਘ ਸਿੱਧੂ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਸੀਗੇ। ਤੇ ਇਸ ਤੋਂ ਪਹਿਲਾਂ ਜਿਹੜੀ ਗੱਲ ਕੀਤੀ ਸੀ ਚਮਕੌਰ ਸਿੰਘ ਢੀਂਡਸਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ, ਪਹਿਲਾਂ ਵੀ ਦੱਸ ਚੁੱਕੇ ਹਾਂ। ਇੱਥੇ ਅੱਜ ਜਿਹੜੀ ਇੱਕ ਵਰਕਰ ਮੀਟਿੰਗ ਆਪਾਂ ਕਹਿ ਸਕਦੇ ਹਾਂ, ਸਰਪੰਚ ਵੀ ਕਾਫੀ ਪਿੰਡਾਂ ਦੇ ਇੱਥੇ ਮੌਜੂਦ ਸੀਗੇ, ਬਹੁਤ ਸਾਰੇ ਟਕਸਾਲੀ ਕਾਂਗਰਸੀ ਮੌਜੂਦ ਸੀਗੇ ਤੇ ਗੱਲਬਾਤ ਜਿਹੜੀ ਕੀਤੀ ਗਈ ਸੀ ਸਟੇਜ ਦੇ ਮਾਧਿਅਮ ਰਾਹੀਂ ਵੀ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਇਹ ਕਹੀਆਂ ਗਈਆਂ ਨੇ ਕਿ ਜਿਹੜਾ ਪਿਛਲੇ ਪੌਣੇ 5 ਸਾਲ ਦਾ ਜਿਹੜਾ ਕਾਰਜਕਾਲ ਰਿਹਾ ਹੈ ਮੌਜੂਦਾ ਵਿਧਾਇਕਾ ਮੈਡਮ ਸਤਿਕਾਰ ਕੌਰ ਗੈਰੀ ਦਾ, ਉਹ ਸਟੇਜ ਦੇ ਮਾਧਿਅਮ ਰਾਹੀਂ ਦੇਖੀਏ, ਇਹਨਾਂ ਦੀਆਂ ਗੱਲਾਂ ਨੂੰ ਸੁਣਨ ਦੇ ਮੁਤਾਬਕ ਦੇਖੀਏ ਤਾਂ ਇੰਝ ਲੱਗਦਾ ਹੈ ਕਿ ਉਹ ਬਹੁਤ ਜ਼ਿਆਦਾ ਵਧੀਆ ਨਹੀਂ ਰਿਹਾ ਤੇ ਬਹੁਤ ਸਾਰੇ ਜਿਹੜੇ ਚਿਹਰੇ ਸੀਗੇ ਅੱਜ ਇੱਥੇ ਦੇਖੇ ਜਾ ਸਕਦੇ ਸੀ ਸਟੇਜ ਤੇ, ਜੋ ਕਿ ਕੁਝ ਸਮਾਂ ਪਹਿਲਾਂ ਤਾਂ ਮੌਜੂਦਾ ਵਿਧਾਇਕਾ ਮੈਡਮ ਸਤਿਕਾਰ ਕੌਰ ਗੈਰੀ ਦੇ ਪਤੀ ਜਸਮੇਲ ਸਿੰਘ ਲਾਡੀ ਗੈਰੀ ਦੇ ਨਾਲ ਫੋਟੋਆਂ ਦੇ ਵਿੱਚ ਦੇਖੇ ਜਾ ਸਕਦੇ ਸੀ। ਲੇਕਿਨ ਅੱਜ ਪੌਣੇ 5 ਸਾਲ ਦਾ ਸਮਾਂ ਹੈ, ਜਦੋਂ ਕੁਝ ਦਿਨਾਂ ਤੱਕ ਜਿਹੜਾ ਚੋਣ ਜਾਬਤਾ ਲੱਗੇਗਾ ਤੇ ਉਸ ਤੋਂ ਬਾਅਦ ਜਿਹੜਾ ਕੀ ਆ ਜਿਹੜੇ ਸਰਕਾਰ ਨਿਊਟਰਲ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਪ੍ਰਮੋਸ਼ਨਾਂ ਚੱਲਦੀਆਂ ਨੇ ਤੇ 2022 ਦਾ ਜਿਹੜਾ ਇਲੈਕਸ਼ਨ ਆ ਉਹ ਸਿਰ ਦੇ ਉੱਪਰ ਹੀ ਆਪਾਂ ਕਹਿ ਸਕਦੇ ਆਇਆ ਹੈ। ਤੇ ਜਿਹੜੀਆਂ ਇੱਕ ਮੀਟਿੰਗਾਂ ਵੀ ਕੱਲ ਵੀ ਇੱਕ ਲਾਡੀ ਗੈਰੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ, ਸਰਪੰਚਾਂ ਦੀ ਮੀਟਿੰਗ ਕੀਤੀ ਗਈ ਸੀ, ਜਿਸ ਦੇ ਵਿੱਚ ਬਾਹਾਂ ਖੜੀਆਂ ਕਰਵਾ ਕੇ ਕਮਿਟਮੈਂਟ ਲਈ ਜਾ ਰਹੀ ਸੀ ਕਿ ਅਸੀਂ ਜਿਹੜੀ ਆ ਹਲਕਾ ਦਿਹਾਤੀ ਦੇ ਲਈ ਲੜਾਂਗੇ, ਹਲਕਾ ਦਿਹਾਤੀ ਦੇ ਵਿੱਚੋਂ ਹੀ ਚੋਣ ਲੜਾਂਗੇ, ਅਸੀਂ ਜਿਹੜਾ ਕੀ ਆ ਜੈਤੋਂ ਨਹੀਂ ਜਾ ਰਹੇ, ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ। ਪਰ ਇੱਥੇ ਅੱਜ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ, ਮੇਨ ਜਿਹੜਾ ਮੁੱਦਾ ਇਹ ਵੀ ਨਿਕਲ ਕੇ ਆਇਆ ਕਿ ਜੋ ਉਹਨਾਂ ਦੇ ਭਤੀਜੇ ਮੈਡਮ ਸਤਿਕਾਰ ਕੌਰ ਗੈਰੀ ਦੇ ਭਤੀਜੇ ਦੇ ਗੱਡੀ ਦੇ ਵਿੱਚੋਂ ਜਿਹੜਾ ਕੀ ਆ ਇੱਕ ਨਸ਼ਾ ਮਿਲਿਆ ਸੀ, ਜਿਸ ਦੀ ਗੱਡੀ ਅੱਜ ਵੀ ਮੋਗਾ ਦੇ ਵਿੱਚ ਖੜੀ ਹੋਈ ਆ, ਉਸ ਦਾ ਵੀ ਜ਼ਿਕਰ ਕੀਤਾ ਗਿਆ ਸੀ। ਯਾਨੀ ਕਿ ਜੋ ਵੀ ਉਹਨਾਂ ਦੇ ਕਾਰਜਕਾਲ ਪੌਣੇ 5 ਸਾਲ ਦਾ ਰਿਹਾ ਹੈ, ਜਿਸ ਦੇ ਵਿੱਚ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ, ਲੇਕਿਨ ਉਹ ਅੱਜ ਇੱਥੇ ਜਿਹੜਾ ਕੀ ਆ ਉਹ ਸ਼ੇਅਰ ਕੀਤਾ ਗਿਆ ਸੀ, ਸਟੇਜ ਦੇ ਮਾਧਿਅਮ ਰਾਹੀਂ ਸ਼ੇਅਰ ਕੀਤਾ ਗਿਆ ਸੀ ਤੇ ਇੱਕ ਨਵੇਂ ਕੈਂਡੀਡੇਟ ਦੀ ਗੱਲ ਕੀਤੀ ਗਈ ਆ। OSD ਨਵਜੋਤ ਸਿੰਘ ਸਿੱਧੂ ਦੇ ਅੱਜ ਇੱਥੇ ਪਹੁੰਚੇ ਸਨ ਵੇਰਕਾ ਜੀ ਤੇ ਉਹਨਾਂ ਦੇ ਸਾਹਮਣੇ ਸੁਰਿੰਦਰਪਾਲ ਸਿੰਘ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਦਾ ਜਿਹੜਾ ਚਿਹਰਾ ਸਾਹਮਣੇ ਰੱਖਿਆ ਸੀਗਾ ਤੇ ਲੋਕਾਂ ਨੂੰ ਜੋ ਵਰਕਰ ਇੱਥੇ ਪਹੁੰਚੇ ਸੀ ਉਹਨਾਂ ਤੋਂ ਬਾਹਾਂ ਖੜੀਆਂ ਕਰਵਾ ਕੇ ਕਮਿਟਮੈਂਟ ਲਈ ਗਈ ਸੀ ਕਿ ਇਸ ਨੂੰ ਹਲਕੇ ਦੀ ਵਾਂਗਡੋਰ ਦਿੱਤੀ ਜਾਵੇ, ਇਹਨਾਂ ਨੂੰ ਟਿਕਟ ਦਿੱਤੀ ਜਾਵੇ ਤਾਂ ਜੋ ਹਲਕੇ ਦੇ ਜੰਪਲ ਨੇ ਤੇ ਹਲਕੇ ਦੀ ਵਧੀਆ ਢੰਗ ਨਾਲ ਜਿਹੜੀ ਕੀ ਆ ਸੇਵਾ ਕਰ ਸਕਣ। ਜੋ ਬਾਹਰੋਂ ਲਿਆਂਦਾ ਕੈਂਡੀਡੇਟ ਆ ਉਸ ਨੂੰ ਅਣਗੌਲਿਆ, ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇ ਤੇ ਜੋ ਲੋਕਲ ਕੈਂਡੀਡੇਟ ਆ ਉਸ ਨੂੰ ਅੱਗੇ ਲਿਆ ਕੇ ਉਸ ਨੂੰ ਵਾਂਗਡੋਰ ਦਿੱਤੀ ਜਾਵੇ। ਦੇਖਦੇ ਹਾਂ 2022 ਦੇ ਵਿੱਚ ਦਾਅਵਾ ਹਰ ਕੋਈ ਕਰ ਰਿਹਾ ਹੈ, ਬਹੁਤ ਸਾਰੇ ਦਾਅਵੇਦਾਰ ਨੇ ਟਿਕਟਾਂ ਦੇ ਕਾਂਗਰਸ ਪਾਰਟੀ ਵੱਲੋਂ, ਲੇਕਿਨ ਅੱਜ
ਸਮਾਂ ਦੱਸੇਗਾ। ਦਾਅਵੇਦਾਰ ਬਹੁਤ ਨੇ, ਸਮਾਂ ਦੱਸੇਗਾ ਕਿ ਕਿਸ ਦੀ ਝੋਲੀ ਦੇ ਵਿੱਚ ਕਾਂਗਰਸ ਪਾਰਟੀ ਦੀ 2022 ਦੀ ਟਿਕਟ ਪੈਂਦੀ ਆ ਤੇ ਕੌਣ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਕੇ ਇੱਥੋਂ ਦੀ ਜਿਹੜੀ ਆ ਉਹ ਸੀਟ ਕੱਢਦਾ ਹੈ। ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੁੱਖ।